ਵਾਲੇਕੁਮ ਦੋਸਤੋ। ਲਓ ਜੀ ਦੋਸਤੋ, ਰੰਧਾਵਾ ਵਲੌਗ YouTube ਚੈਨਲ ਤੇ ਖੁਸ਼ ਆਮਦੀਦ। ਹਾਂਜੀ, ਉਮੀਦ ਕਰਦੇ ਤਮਾਮ ਦੋ ਠੀਕ ਠਾਕ ਹੋਣਗੇ। ਲਓ ਜੀ ਦੋਸਤੋ, ਅਸੀਂ ਅੱਜ ਮੌਜੂਦ ਆ ਜੀ ਐਮ ਮਕਰਮ ਟਰੈਕਟਰ ਵਰਕਸ਼ਾਪ ਐਂਡ ਆਟੋ ਸਟੋਰ ਲਾਰੀ ਅੱਡਾ ਸ਼ਾਹਕੋਟ। ਇਹ ਸਾਡੇ ਸ਼ਾਹਕੋਟ ਦੀ ਫੀਅਟ ਟਰੈਕਟਰ ਦੀ ਤਕਰੀਬਨ 45 ਤੋਂ 50 ਸਾਲ ਪੁਰਾਣੀ ਵਰਕਸ਼ਾਪ ਆ। ਔਰ ਵਰਕਸ਼ਾਪ ਦੇ ਜਿਹੜੇ ਇਸ ਵਕਤ ਓਨਰ ਨੇ ਭਾਈ ਵਸੀਮ, ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਫੀਅਟ ਟਰੈਕਟਰ ਨੇ ਇਹਨਾਂ ਦੇ ਜਿਹੜੇ ਹਾਈਡ੍ਰਾਲਿਕ ਵਾ ਉਹ ਬਹੁਤ ਜਲਦੀ ਨਾਕਾਮ ਹੋ ਜਾਂਦੇ ਨੇ, ਬਹੁਤ ਜਲਦੀ ਕੰਮ ਛੱਡ ਜਾਂਦੇ ਨੇ। ਕੀ ਵਜ੍ਹਾ ਵਾ ਇਹਨਾਂ ਦਾ ਹਾਈਡ੍ਰਾਲਿਕ ਜਿਹੜਾ ਵਾ ਉਹ ਜ਼ਿਆਦਾ ਦੇਰ ਕਿਉਂ ਨਹੀਂ ਚੱਲਦਾ, ਇਹਦੇ ਮਗਰ ਕੀ ਰਾਜ ਆ, ਮੁਕੰਮਲ ਗੱਲਬਾਤ ਕਰਦੇ ਆ। ਔਰ ਵੀਡੀਓ ਬੜੀ ਟੈਕਨੀਕਲ ਹੋਵੇਗੀ ਔਰ ਉਹ ਗੱਲਾਂ ਹੋਣਗੀਆਂ ਜਿਹੜੀਆਂ ਨਾ ਮਿਸਤਰੀ ਦੱਸਦੇ ਨੇ, ਨਾ ਜਿਹੜੇ ਬੰਦਿਆਂ ਦੇ ਕੋਲ ਇਲਮ ਆ ਉਹ ਬੰਦੇ ਦੱਸਦੇ ਨੇ। ਅੱਜ ਅਸੀਂ ਉਹ ਗੱਲਾਂ ਤੁਹਾਨੂੰ ਦੱਸਾਂਗੇ ਫੀਅਟ ਦੇ ਹਾਈਡ੍ਰਾਲਿਕ ਦੇ ਬਾਰੇ। अस्सलाम वालेकुम भाई वसीम। वालेकुम सलाम जी भाई वसीम, की हाल चाल जी? ठीक ठाक, शुक्र अल्लाह दा जी। अच्छा भाई वसीम, सब तो पहले तो फीअट के हाइड्रालिक के बारे थोड़ी जी मालूमात दिओ साडे दोस्तां नूं कि जिहड़ा फीअट दा हाइड्रालिक है बहुत जल्दी नाकाम हो जाता वा, खराब हो जाता, काम छड्ड जाता, इहदे मगर की राज आ, की वजह वा? सब तो पहले तो इहदा जिहड़ा ना ज़्यादा जिहड़ा इशू आउंदा वा वो कचरे दा ही आउंदा वा। मैसी देख लो, फीअट देख लो, किसी भी चीज़ का जिहड़ा हाइड्रालिक है ना, ਇਹਦੇ ਵਿੱਚ ਛੋਟੇ ਛੋਟੇ ਵਾਲ ਹੁੰਦੇ ਨੇ ਜਿਨ੍ਹਾਂ 'ਚ ਕਚਰਾ ਵਗੈਰਾ ਆ ਕੇ ਤੇ ਜਿਹੜਾ ਨਾ ਖਰਾਬ ਹੋ ਜਾਂਦਾ ਹਾਈਡ੍ਰਾਲਿਕ। ਬਾਕੀ ਜਿਹੜਾ ਮੋਬਾਈਲ ਇਹਦਾ ਹੈ ਨਾ, ਇਹਦਾ ਟਾਈਮ ਦੇ ਨਾਲ ਨਾ ਕੋਈ ਬੰਦਾ ਵੀ ਚੇਂਜ ਨਹੀਂ ਕਰਦਾ। ਬਹੁਤ ਕਮ ਦੋਸਤ ਨੇ ਜਿਹੜੇ ਚੇਂਜ ਕਰਦੇ ਨੇ, ਤੇ ਜਿਹੜੇ ਚੇਂਜ ਕਰਦੇ ਵੀ ਨੇ ਉਹ ਉਸ ਕੁਆਲਿਟੀ ਦਾ ਨਹੀਂ ਚੇਂਜ ਕਰਦੇ ਜਿਸ ਕੁਆਲਿਟੀ ਦਾ ਚੇਂਜ ਕਰਨਾ ਚਾਹੀਦਾ ਵਾ। ਪਿਛਲੇ ਹਿੱਸੇ ਦਾ? ਹਾਂਜੀ, ਪਿਛਲੇ ਹਿੱਸੇ ਦਾ। ਤੇ ਬਾਕੀ ਜਿਹੜਾ ਵਾ ਫਿਲਟਰ ਵਗੈਰਾ ਵਾ, ਉਹ ਫਿਲਟਰ ਜਿਹੜਾ ਵਾ ਤਕਰੀਬਨ ਕੋਈ 50 ਘੰਟੇ ਬਾਅਦ ਜਾਂ ਹਫ਼ਤੇ ਬਾਅਦ ਉਹਨੂੰ ਚੈੱਕ ਕਰਨਾ ਚਾਹੀਦਾ। ਜਿਹੜੇ ਸਾਡੇ ਦੋਸਤ ਚੈੱਕ ਹੀ ਨਹੀਂ ਗੇ ਕਰਦੇ, ਤੇ ਜਿਹੜਾ ਨਾ ਫਿਲਟਰ ਜਿਹੜਾ ਵਾ ਚੋਕ ਚਾਕ ਹੋ ਜਾਂਦਾ, ਤੇ ਉਹਦੀ ਵੀ ਮੇਨ ਰੀਜ਼ਨ ਹੁੰਦੀ ਆ ਕਚਰਾ ਵਗੈਰਾ ਆ ਕੇ। ਤੇ ਜਦੋਂ ਫਿਲਟਰ ਚੋਕ ਹੋ ਜਾਂਦਾ, ਪੰਪ ਦਾ ਜ਼ਿਆਦਾ ਲੋਡ ਲੈਣਾ ਸ਼ੁਰੂ ਹੋ ਜਾਂਦਾ। ਜਦੋਂ ਪੰਪ ਲੋਡ ਲੈਂਦਾ ਵਾ ਤੇ ਗਰਮ ਹੋ ਕੇ ਤੇ ਪੰਪ ਛੇਤੀ ਜਵਾਬ ਦੇ ਦਿੰਦਾ ਵਾ। ਤੇ ਬਾਕੀ ਜਿਹੜਾ ਵਾ ਇਹਦਾ ਮੇਨ ਮਸਲਾ ਜਿਹੜਾ ਨਾ ਉਹ ਕਚਰੇ ਦਾ ਹੀ ਆ, ਤੇ ਮੋਬਾਈਲ ਦਾ। ਮੋਬਾਈਲ ਜਿਹੜਾ ਇਹਦਾ ਟਾਈਮ ਨਾਲ ਚੇਂਜ ਕੀਤਾ ਜਾਵੇ ਤੇ ਜਿਹੜਾ ਇਹਨਾਂ ਦਾ ਕਚਰਾ ਨਹੀਂ ਬਣਦਾ। ਕਿਉਂਕਿ ਜਿਹੜੀਆਂ ਨਾ ਹੁਣ ਜਿਹੜੀਆਂ ਗਰਾਰੀਆਂ ਵਗੈਰਾ ਜਾਂ ਹਾਂਡੀ ਦੀਆਂ ਸਟਾਰੀਆਂ ਉਸ ਮਿਆਰ ਦੀਆਂ ਨਹੀਂ ਹੁੰਦੀਆਂ ਜਿਹੜੀਆਂ ਪਹਿਲੇ ਇਟਲੀ ਵਗੈਰਾ ਜਾਂ ਤੁਰਕੀ ਵਗੈਰਾ ਦੀਆਂ ਹੁੰਦੀਆਂ ਸੀ। ਹੁਣ ਨਹੀਂ ਉਹ ਹੁੰਦੀਆਂ, ਤੇ ਹੁਣ ਚਾਈਨਾ ਵਗੈਰਾ ਦਾ ਜ਼ਿਆਦਾ ਸਮਾਨ ਹੁੰਦਾ ਵਾ, ਤੇ ਉਹਦਾ ਕਰਕੇ ਨਾ ਕਚਰਾ ਵਗੈਰਾ ਜ਼ਿਆਦਾ ਬਣਦਾ ਵਾ। ਸਹੀ। ਅੱਛਾ ਭਾਈ, ਅਗਰ ਜਦੋਂ ਆਇਲ ਵੱਖਰਾ ਕਰ ਦਈਦਾ ਵਾ ਫੀਅਟ ਦਾ, ਤੇ ਫਿਰ ਇਹ ਮਸਲਾ ਮਸਾਇਲ ਦੇਣੋਂ ਹਟ ਜਾਂਦਾ ਵਾ। ਤੇ ਅਗਰ ਇਹਦਾ ਕੰਪਨੀ ਹੀ ਆਇਲ ਵੱਖਰਾ ਕਰ ਦੇ 8 ਲੀਟਰ ਜਾਂ 10 ਲੀਟਰ, ਤੇ ਤੁਹਾਡਾ ਕੀ ਖਿਆਲ ਆ ਕਿ ਇਹਦਾ ਜਿਹੜਾ ਹਾਈਡ੍ਰਾਲਿਕ ਅਗਰ ਜੇ 5 ਸਾਲ ਚੱਲਦਾ ਤਾਂ ਉਹਦੀ ਲਾਈਫ ਜ਼ਿਆਦਾ ਨਹੀਂ ਹੋ ਜਾਏਗੀ? ਇਹ ਦੇਖੋ ਜੀ, ਜੇ ਅਗਰ ਇਹਦਾ ਹਾਈਡ੍ਰਾਲਿਕ ਦਾ ਮੋਬਾਈਲ ਅਲਾਦਾ ਕਰ ਦਿੱਤਾ ਜਾਵੇ ਨਾ, ਤੇ ਇਹ ਮੇਰਾ ਖਿਆਲ ਆ ਤਕਰੀਬਨ 5-5 10-10 ਸਾਲ ਵੀ ਇਹਦਾ ਹਾਈਡ੍ਰਾਲਿਕ ਪੰਪ ਜਾਂ ਇਹਦਾ ਹਾਈਡ੍ਰਾਲਿਕ ਦਾ ਮਸਲਾ ਨਹੀਂ ਬਣਦਾ। ਜ਼ਿਆਦਾਤਰ ਜਿਹੜਾ ਹੁੰਦਾ ਨਾ ਮਸਲਾ ਕਿੱਟ ਵਗੈਰਾ ਤੇ ਬਣਦਾ ਵਾ, ਤੇ ਉਹ ਵੀ ਕਿੱਟ ਵਗੈਰਾ ਇਹਦੀ ਨਵੀਂ ਪਾਓ, ਸਰਵਿਸ ਕਰੋ ਤੇ ਫਿੱਟ ਕਰ ਦਿਓ, ਤੇ ਮੋਬਾਈਲ ਵੀ ਇਹਦਾ ਗੰਦਾ ਨਹੀਂ ਹੁੰਦਾ। ਜਿਹੜਾ ਢੋਲਕੀ ਦੇ ਵਿੱਚ ਮੋਬਾਈਲ ਹੁੰਦਾ ਨਾ, ਉਸੇ ਤਰ੍ਹਾਂ ਦਾ 5 ਸਾਲ ਬਾਅਦ ਵੀ ਤੁਸੀਂ ਕੱਢੋਗੇ ਤੇ ਉਸੇ ਤਰ੍ਹਾਂ ਦਾ ਬ੍ਰਾਂਡ ਨਿਊ ਤਰ੍ਹਾਂ ਦਾ ਨਿਕਲੇਗਾ ਜਿਸ ਤਰ੍ਹਾਂ ਦਾ ਤੁਸੀਂ ਪਾਇਆ। ਸਹੀ ਸਹੀ। ਅੱਛਾ ਭਾਈ, ਅਕਸਰ ਹਾਈਡ੍ਰਾਲਿਕ ਫੀਅਟ ਟਰੈਕਟਰ ਦਾ ਵਾ ਅਸੀਂ ਵੀ ਯੂਜ਼ ਕਰੀਦਾ ਵਾ। ਟਰੈਕਟਰ ਜਦੋਂ ਨਾਰਮਲ ਹੁੰਦਾ ਵਾ, ਟਰੈਕਟਰ ਠੰਡਾ ਹੁੰਦਾ ਵਾ, 1-2 ਪੈਲੀਆਂ ਬੜੇ ਸਹੀ ਤਰੀਕੇ ਨਾਲ ਵਾਹੁੰਦਾ ਵਾ। ਜਦੋਂ ਟਰੈਕਟਰ ਥੋੜਾ ਜਿਹਾ ਗਰਮ ਹੋ ਜਾਂਦਾ ਵਾ, ਫਿਰ ਹਾਈਡ੍ਰਾਲਿਕ ਥੋੜਾ ਜਿਹਾ ਕੰਮ ਛੱਡ ਜਾਂਦਾ ਵਾ। ਇਹਦੀ ਕੀ ਵਜ੍ਹਾ ਹੁੰਦੀ ਆ? ਇਹਦੀ ਕਾਫੀ ਸਾਰੀਆਂ ਵਜੂਹਾਤ ਹੁੰਦੀਆਂ ਨੇ। ਜਿਹੜਾ ਹਾਈਡ੍ਰਾਲਿਕ ਜਿਹੜਾ ਨਾ ਸਲੋ ਰੇਸ ਤੇ ਆਪਣੀਆਂ ਲੈਂਕਾਂ ਉੱਤੇ ਲੈ ਜਾਂਦਾ, ਕਹਿ ਲਓ ਕਿ ਇੰਪਲੀਮੈਂਟ ਕੋਈ ਵੀ ਪਿੱਛੇ ਪਾਇਆ ਹੋਵੇ ਉਹ ਸਲੋ ਰੇਸ 'ਚ ਲੈ ਜਾਂਦਾ ਵਾ, ਜਾਂ ਥੋੜੀ ਜਿਹੀ ਰੇਸ ਦਾ ਉਹਦੇ ਉੱਤੇ ਲੈ ਜਾਂਦਾ, ਤੇ ਬਾਅਦ ਦੇ ਵਿੱਚ ਆਸਤਾ ਆਸਤਾ ਉਹ ਡਾਊਨ ਕਰਨਾ ਸ਼ੁਰੂ ਕਰ ਦਿੰਦਾ। ਉਹ ਜਦੋਂ ਡਾਊਨ ਕਰਨਾ ਸ਼ੁਰੂ ਕਰ ਦਿੰਦਾ ਨਾ, ਤੇ ਉਹ ਜਿਹੜਾ ਨਾ ਉਹਦਾ ਤੇਲ ਜਿਹੜਾ ਕ੍ਰਾਸ ਹੋਣਾ ਸ਼ੁਰੂ ਹੋ ਜਾਂਦਾ, ਉਹਦੀ ਕਿੱਟ ਲੀਕ ਹੋ ਜਾਂਦੀ ਹੈ। ਤੇ ਜਿਵੇਂ ਜਿਵੇਂ ਉਹ ਗਰਮ ਹੁੰਦਾ ਵਾ ਤੇ ਮੋਬਾਈਲ ਜਿਹੜਾ ਵਾ ਉਵੇਂ ਉਵੇਂ ਪਤਲਾ ਹੁੰਦਾ ਜਾਂਦਾ ਵਾ। ਜਦੋਂ ਪਤਲਾ ਹੋ ਜਾਂਦਾ ਵਾ ਤੇ ਉਹਦੀ ਕ੍ਰਾਸਿੰਗ ਜਿਹੜੀ ਜ਼ਿਆਦਾ ਹੋ ਜਾਂਦੀ ਆ। ਜਦੋਂ ਕ੍ਰਾਸਿੰਗ ਜ਼ਿਆਦਾ ਹੋ ਜਾਂਦੀ ਆ ਤੇ ਉਹ ਫਿਰ ਜ਼ਿਆਦਾ ਰੇਸਾਂ ਲੈਣ ਲੱਗ ਪੈਂਦਾ, ਜਾਂ ਰੇਸ ਦੇ ਨਾਲ ਹੀ ਉਹ ਹਾਈਡ੍ਰਾਲਿਕ ਥੋੜਾ ਬਹੁਤ ਚੁੱਕਦਾ ਤੇ ਥੱਲੇ ਡਾਊਨ ਕਰ ਦਿੰਦਾ। ਸਹੀ ਸਹੀ ਸਹੀ। ਅੱਛਾ ਭਾਈ, ਇਸ ਤੋਂ ਬਾਅਦ ਹਾਈਡ੍ਰਾਲਿਕ ਜਿਹੜਾ ਵਾ, ਹਾਈਡ੍ਰਾਲਿਕ ਪੰਪ ਜਿਹੜਾ ਵਾ, ਇਸ ਦਾ ਫੀਅਟ ਦਾ ਉਹ ਬੜਾ ਜਲਦੀ ਖਰਾਬ ਹੋ ਜਾਂਦਾ ਵਾ। ਉਹਦੀ ਕੀ ਵਜ੍ਹਾ ਵਾ? ਹਾਈਡ੍ਰਾਲਿਕ ਦੀ ਵਜ੍ਹਾ ਵਾ ਜਾਂ ਬੈਕ ਹਿੱਸੇ ਤੋਂ ਕਚਰਾ ਜਾਂਦਾ ਉਹ ਵਜ੍ਹਾ ਵਾ? ਉਸ ਦੀ ਕੀ ਵਜ੍ਹਾ ਵਾ? ਇਹ ਜਿਹੜਾ ਬੈਕ ਹਿੱਸੇ ਦਾ ਜਿਹੜਾ ਸਭ ਤੋਂ ਪਹਿਲੇ ਜਿਹੜਾ ਕਚਰਾ ਬਣਦਾ ਉਹ ਹਾਂਡੀ ਦਾ ਬਣਦਾ ਵਾ। ਹਾਂਡੀ ਦੇ ਵਿੱਚ ਜਿਹੜੀ ਪਿੰਨ ਲੱਗੀ ਹੁੰਦੀ ਆ ਨਾ, ਉਹਦਾ ਪਿੰਨ ਕੱਟਣੀ ਸ਼ੁਰੂ ਹੋ ਜਾਂਦੀ ਆ। ਤੇ ਜਿਹੜੇ ਜੈਨਮਨ ਹੁੰਦੇ ਨੇ ਸਟਾਰੀਆਂ, ਉਹਨਾਂ ਦੇ ਵਿੱਚ ਬੁਸ਼ ਨਹੀਂ ਲੱਗੇ ਹੁੰਦੇ, ਵੈਸੇ ਹੀ ਪਿੰਨ ਲੱਗੀ ਹੁੰਦੀ ਆ। ਤੇ ਪਿੰਨਾਂ ਵਗੈਰਾ ਜਾਂ ਮਟੀਰੀਅਲ ਉਸ ਮਿਆਰ ਦਾ ਨਹੀਂ ਹੁੰਦਾ, ਜਿਹੜਾ ਅੱਗੇ ਵੀ ਅਸੀਂ ਕਾਫੀ ਦਫਾ ਦੱਸਿਆ ਕਿ ਜਿਹੜਾ ਪਹਿਲਾਂ ਇਟਲੀ ਵਗੈਰਾ ਦਾ ਜਾਂ ਤੁਰਕੀ ਵਗੈਰਾ ਦਾ ਮਟੀਰੀਅਲ ਹੁੰਦਾ ਸੀਗਾ ਉਹ ਨਹੀਂ ਹੁੰਦਾ। ਤੇ ਉਹ ਲੋਹੇ ਦੇ ਨਾਲ ਲੋਹਾ ਚੱਲਦਾ ਵਾ,
ਤੇ ਉਹ ਜਲਦੀ ਉਹ ਪਿੰਨ ਵੀ ਕੱਟੀ ਜਾਂਦੀ ਆ, ਉਹਦੀਆਂ ਸਟਾਰੀਆਂ ਜਿਹੜੀਆਂ ਨੇ ਉਹ ਵਿੱਚੋਂ ਉਹਨਾਂ ਦਾ ਬੋਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਉਹ ਕਚਰਾ ਜਿਹੜਾ ਬਣ ਕੇ ਤੇ ਅੱਗੇ ਪੰਪ 'ਚ ਜਾਂਦਾ। ਜਦੋਂ ਪੰਪ 'ਚ ਜਾਂਦਾ ਤੇ ਪੰਪ ਦੀ ਜਿਹੜੀ ਆ ਨਾ ਉਹ ਬਾਡੀ ਜਿਹੜੀ ਆ ਉਹ ਕੱਟੀ ਜਾਂਦੀ ਆ। ਕਾਫੀ ਦੋਸਤ ਕਹਿੰਦੇ ਨੇ ਕਿ ਅਸੀਂ ਪੰਪ ਦੀ ਕਿੱਟ ਵੀ ਪਵਾਈ ਆ ਲੇਕਿਨ ਉਹ ਕੰਮ ਨਹੀਂ ਕਰਦਾ। ਤੇ ਉਹਦੀ ਜਦੋਂ ਬਾਡੀ ਕੱਟੀ ਜਾਂਦੀ ਆ ਨਾ ਉਹਦੀ ਰਿਪੇਅਰਿੰਗ ਜਿਹੜੀ ਉਹ ਕਹਿ ਲਓ ਕਿ ਬਹੁਤ ਮਹਿੰਗੀ ਹੋ ਜਾਂਦੀ ਆ। ਪਿਛਲੇ ਦੌਰ 'ਚ ਵਾਲ ਸਾਹਿਬ ਦੱਸਦੇ ਸੀਗੇ ਕਿ ਜਿਹੜੀ ਨਾ ਇਹਦੀ ਰਿਪੇਅਰਿੰਗ ਕਰਦੇ ਸੀ ਕਿੱਟਾਂ ਕੁੱਟਾਂ ਪਾ ਕੇ ਤੇ ਇਹ ਚੱਲ ਜਾਂਦਾ ਸੀ। ਤੇ ਹੁਣ ਜਿਹੜਾ ਨਾ ਸਾਰਾ ਜ਼ਿਆਦਾਤਰ ਪੰਪ ਜਿਹੜੇ ਹੁੰਦੇ ਨੇ ਉਹ ਚਾਈਨਾ ਦੇ ਹੁੰਦੇ ਨੇ ਤੇ ਉਹਨਾਂ ਦੀ ਬਾਡੀ ਕੱਟੀ ਜਾਂਦੀ ਆ ਤੇ ਉਹ ਵੀ ਜਿਹੜਾ ਨਾ ਉਹ ਵੀ ਇੱਕ ਵਜੂਹਾਤ ਹੋ ਜਾਂਦੀ ਆ ਕਿ ਗਰਮ ਹੋ ਕੇ ਉਹ ਵੀ ਰੇਸ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ। ਸਹੀ। ਅੱਛਾ ਵਸੀਮ ਭਾਈ, ਇਸ ਤੋਂ ਅੱਗੇ ਤੁਸੀਂ ਆ ਹਾਈਡ੍ਰੋਲਿਕ ਟਾਪਾ ਖੋਲਿਆ ਵਾ ਫੀਅਰ ਟਰੈਕਟਰ ਦਾ, ਹਾਂਜੀ, ਇਹਦੇ ਬਾਰੇ ਸਾਡੇ ਦੋਸਤਾਂ ਨੂੰ ਮਾਲੂਮਾਤ ਦਿਓ ਕਿ ਇਸ ਦੇ ਵਿੱਚ ਕਿਹੜੇ ਕਿਹੜੇ ਪੁਰਜੇ ਨੇ ਔਰ ਇਹਨਾਂ ਦਾ ਕੀ ਕੀ ਨਾਮ ਆ, ਕੀ ਕੀ ਇਹਨਾਂ ਪੁਰਜਿਆਂ ਨੂੰ ਕਿਹਾ ਜਾਂਦਾ ਵਾ। ਸਭ ਤੋਂ ਪਹਿਲੇ ਤੇ ਦੋਸਤਾਂ ਨੂੰ ਦੱਸਦੇ ਚੱਲਦੇ ਆ ਇਹਦਾ ਪਿਸਟਨ ਸਲੀਪ ਆ ਜਿਹੜਾ, ਠੀਕ, ਤੇ ਇਹਦੇ ਉੱਤੇ ਇੱਕ ਰਬੜ ਦੀ ਕਿੱਟ ਲੱਗਦੀ ਆ, ਰਬੜ ਹੁੰਦਾ ਤੇ ਨਾਲ ਹੈਲਪਰ ਹੁੰਦਾ ਵਾ। ਤੇ ਬਾਕੀ ਜਿਹੜਾ ਵਾ ਇਹਦਾ ਆ ਤੁਹਾਨੂੰ ਦੋਸਤਾਂ ਨੂੰ ਦਿਖਾਉਂਦੇ ਆ ਇਹਦੀ ਸਾਈਡ ਪਲੇਟ ਹੁੰਦੀ ਆ, ਇਹਦੇ ਵਿੱਚ ਆੜਾ ਦਾ ਸੇਫਟੀ ਵਾਲ ਲੱਗਾ ਹੁੰਦਾ, ਆ ਵੀ ਇਹਦਾ ਸੇਫਟੀ ਵਾਲ ਆ ਤੇ ਆ ਵੀ ਇਹਦਾ ਸੇਫਟੀ ਵਾਲ ਆ। ਸਹੀ। ਅਗਰ ਸੇਫਟੀ ਵਾਲ ਵੀ ਲੀਕ ਹੋਣਗੇ ਤੇ ਤੁਹਾਡਾ ਹੰਡਾਲਕ ਨਹੀਂ ਕੰਮ ਕਰੇਗਾ। ਬਾਕੀ ਇਹਦੇ ਅੰਦਰ ਇੱਕ ਆ ਵਾਲ ਹੁੰਦਾ ਵਾ, ਸ਼ਾਫਟ ਹੁੰਦੀ ਆ, ਤੇ ਬਾਕੀ ਆ ਜਿਹੜਾ ਹੰਡਾਲਕ ਦਾ ਜਿਹੜਾ ਦਾਰਮਦਾਰ ਜਿੰਨਾ ਕੰਟਰੋਲਿੰਗ ਦਾ ਜ਼ਿਆਦਾ ਦਾਰਮਦਾਰ ਹੁੰਦਾ ਨਾ ਉਹ ਐਸ ਵਾਲ ਤੇ ਹੁੰਦਾ ਵਾ। ਤੇ ਆ ਵਾਲ ਨੇ ਵਰਕਿੰਗ ਕਰਨੀ ਆ। ਤੇ ਮਸਲ ਕੰਟਰੋਲ ਜਦੋਂ ਤੋਂ ਲੀਵਰ ਨੂੰ ਬੰਦਾ ਕੰਮ ਕਰਾਉਂਦਾ ਨਾ ਤੇ ਲੀਵਰ ਜਿਹੜਾ ਨਾ ਉਹ ਆ ਸ਼ਾਫਟ ਆ ਤੇ ਲੀਵਰ ਦੇ ਨਾਲ ਇਹ ਸ਼ਾਫਟ ਚੱਲਦੀ ਆ ਤੇ ਇਹਦਾ ਵਾਲ ਜਿਹੜਾ ਇੱਥੇ ਆ ਕੇ ਲੱਗਦਾ ਇਸ ਜਗ੍ਹਾ ਤੇ ਆ ਕੇ ਇਸ ਤਰ੍ਹਾਂ ਕੰਮ ਕਰਦਾ ਵਾ ਤੇ ਇਹ ਮਸਲ ਇਸ ਤਰ੍ਹਾਂ ਵਰਕਿੰਗ ਕਰਦੀ ਰਹਿੰਦੀ ਆ ਸ਼ਾਫਟ। ਜਿੰਨੀ ਉੱਤੇ ਥੱਲੇ ਜਾਂਦੀ ਆ ਉਹਨਾਂ ਵਰਕ ਕਰਦੀ। ਹਾਂਜੀ, ਥੋੜਾ ਮਸਲ ਕਿ ਬਿਲਕੁਲ ਥੋੜਾ ਇਹ ਵਰਕਿੰਗ ਕਰੀ ਜਾਂਦੀ ਆ। ਤੇ ਜਿੱਥੇ ਇੱਕ ਬੰਦਾ ਲੀਵਰ ਦਾ ਕੰਮ ਕਰਾਉਣਾ ਹੁੰਦਾ ਵਾ ਉੱਥੇ ਜੇ ਜਾ ਕੇ ਤੇ ਉਹ ਲੀਵਰ ਤੁਸੀਂ ਛੱਡੋਗੇ ਤੇ ਸ਼ਾਫਟ ਵੀ ਉੱਥੇ ਰੁਕ ਜਾਏਗੀ, ਵਾਲ ਵੀ ਉੱਥੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਗਾ। ਇਹ ਕੰਟਰੋਲ ਵਾਲ ਆ। ਹਾਂਜੀ, ਇਹ ਸ਼ਾਫਟ ਜਿਹੜੀ ਇਹਦੇ ਕੋ ਕੰਮ ਕਰਵਾਉਂਦੀ। ਹਾਂਜੀ, ਇਹ ਕੰਮ ਕਰਵਾਉਂਦੀ ਹੈ ਇਹਦੇ ਕੋਲ। ਸਹੀ। ਤੇ ਇਸ ਤੋਂ ਅੱਗੇ ਆ ਕੀ ਸਮਾਨ ਆ ਇਹਦਾ? ਇਸ ਤੋਂ ਅੱਗੇ ਆ ਜਿਹੜੀ ਚੀਜ਼ ਆ ਇਹਦੇ ਨਾਲ ਲੱਗਦੀ ਆ, ਜਿਹਦੇ ਨਾਲ ਲੀਵਰ ਜਿਹੜਾ ਨਾ ਹੰਡਾਲਕ ਲੀਵਰ ਬਾਹਰ ਇੱਕ ਸਾਈਡ ਤੇ ਟਾਪਾ ਲੱਗਾ ਹੁੰਦਾ, ਉਹ ਲਹਿਦਾ ਲੀਵਰ ਹੁੰਦਾ ਵਾ। ਇਹ ਲੀਵਰ ਜਿਹੜਾ ਨਾ ਅੱਗੇ ਕਿੱਲੀ ਲੱਗੀ ਹੁੰਦੀ ਆ, ਜਿਹੜੀ ਕਿੱਲੀ ਐਸ ਲੀਵਰ ਦੇ ਨਾਲ ਲਾ ਕੇ ਅੰਦਰ ਲੀਵਰ ਹੁੰਦੇ ਨੇ ਉਹਦੇ ਨਾਲ ਬਾਹਰੋਂ ਜਿੰਨਾ ਤੁਸੀਂ ਲੀਵਰ ਦੀ ਕਰਨਾ ਉੱਤੇ ਥੱਲੇ ਜਿੰਨਾ ਕਰਨਾ ਨਾ ਉਨੀ ਐਸ ਸ਼ਾਫਟ ਨੇ ਵਰਕਿੰਗ ਕਰਨੀ ਆ। ਸਹੀ। ਹਾਂਜੀ, ਇਹਦੇ ਨਾਲ ਐਡਜਸਟ ਆਏ। ਹਾਂ, ਇਹ ਐਡਜਸਟ ਨਹੀਂ, ਇਹਦੇ ਨਾਲ ਵਰਕਿੰਗ ਕਰਦੀ ਕੰਟਰੋਲਿੰਗ ਸਿਸਟਮ ਜਿਹੜਾ ਨਾ ਉਸ ਇਸ ਸ਼ਾਫਟ ਨੇ ਅੱਗੋਂ ਆਹ ਵਾਲ ਚਲਾਉਣਾ ਹੁੰਦਾ, ਕੰਟਰੋਲ ਵਾਲ ਜਿਹੜਾ ਉਹ ਹੀ ਚੱਲਦਾ। ਤੇ ਜਦੋਂ ਆਹ ਕੀ ਚੀਜ਼ ਲੱਗੀ ਹੁੰਦੀ ਹੈ ਟਾਪੇ ਨੂੰ? ਇਹਨੂੰ ਸੈਂਸਿਟੀਵਿਟੀ ਕਹਿੰਦੇ ਨੇ। ਤੇ ਇਹ ਜਦੋਂ ਆ ਦੇਖੋ ਨਾ ਆ ਜਿਹੜਾ ਅੰਦਰ ਲੱਗਾ ਵਾ ਸ਼ਾਫਟ ਦੇ ਨਾਲ ਇਹ ਅੰਦਰ ਜਾ ਕੇ ਵਾਲ ਕਹਿ ਲੈਂਦੇ, ਕਈ ਦੋਸਤ ਇਹਨੂੰ ਸ਼ਾਫਟ ਕਹਿੰਦੇ ਨੇ, ਹਰ ਇਲਾਕੇ ਦੇ ਵਿੱਚ ਆਪਣਾ ਇਹਦਾ ਨਾਮ ਆ। ਇਹ ਆ ਦੇਖੋ ਨਾ ਇਸ ਤਰ੍ਹਾਂ ਹੀ ਫਿੱਟ ਹੋ ਗਈ ਆ ਦੇਖੋ। ਤੇ ਆ ਜਿਹੜਾ ਵਾਲ ਹੈ ਨਾ ਇਹ ਇੱਥੋਂ ਲੱਗਦਾ ਵਾ, ਇਹਦੇ ਨਾਲ ਲੱਗ ਜਾਣਾ ਜਾ ਕੇ। ਜਦੋਂ ਆਪਾਂ ਆੜੀ ਚੀਜ਼ ਹੈ ਨਾ ਹੰਡਾਲ ਕੇ ਜਦੋਂ ਬਾਹਰੋਂ ਆਪਾਂ ਲੀਵਰ ਤੋਂ ਕੰਮ ਕਰਵਾਉਣਾ ਨਾ ਤੇ ਆੜੀ ਚੀਜ਼ ਨੇ ਕੰਮ ਕਰਨਾ ਇਸ ਤਰ੍ਹਾਂ। ਜਿਸ ਤਰ੍ਹਾਂ ਮਸਲਨ ਲੀਵਰ ਨੂੰ ਤੁਸੀਂ ਬਾਹਰੋਂ ਵਰਕਿੰਗ ਕਰਾਉਣੀ ਇਹਨੇ ਇਸ ਤਰ੍ਹਾਂ ਵਰਕਿੰਗ ਕਰਨੀ ਆ, ਇਹਨੇ ਅੱਗੋਂ ਕੰਟਰੋਲ ਵਾਲ ਨੂੰ ਵਰਕਿੰਗ ਕਰਾਉਣੀ। ਕੰਟਰੋਲ ਵਾਲ ਨੂੰ ਜਦੋਂ ਵਰਕਿੰਗ ਕਰਾਉਣੀ ਤੇ ਉਹ ਸਾਰਾ ਇੰਪਲੀਮੈਂਟ ਦਾ ਜਿਹੜਾ ਕੰਟਰੋਲ ਆ ਨਾ ਉਹ ਇਸ ਵਾਲ ਨਹੀਂ ਕਰਾਉਣਾ। ਬਾਕੀ ਜਿਹੜੀ ਆ ਜਿਹੜੀ ਐਡਜਸਟਮੈਂਟ ਇਹਦੀ ਲੱਗੀ ਆ ਨਾ ਇਹ ਪੋਜ਼ਿਟਿਵ ਕਰਦੀ ਤੇ ਨੈਗੇਟਿਵ ਕਰਦੀ ਆ। ਕਹਿ ਲਓ ਕਿ ਇਹਨੂੰ ਜਿੰਨਾ ਤੁਸੀਂ ਕੱਸੀ ਜਾਣਾ ਨਾ ਉਹਨਾਂ ਵਾਲ ਦਾ ਦਬਾਅ ਜਿਹੜਾ ਨਾ ਉਹ ਲੀਵਰ ਉੱਪਰ ਆਉਣਾ ਸ਼ੁਰੂ ਹੋ ਜਾਣਾ, ਸਪੀਡ ਵੱਧ ਜਾਣੀ ਆ। ਸਪੀਡ ਨਹੀਂ ਵਧਣੀ, ਸਿਰਫ ਲੀਵਰ ਜਿਹੜਾ ਨਾ ਲੀਵਰ ਦਾ ਕੰਮ ਜਿਹੜਾ ਨਾ ਉਤੋਂ ਹੀ ਸ਼ੁਰੂ ਕਰਨਾ ਇਹ ਕਰ ਦੇਗਾ। ਮਤਲਬ ਉਤੋਂ ਹੀ ਇਹ ਕਹਿ ਲਓ ਕਿ ਉਤੋਂ ਤੋਂ ਲੀਵਰ ਥੋੜਾ ਲੀਵਰ ਦੀ ਐਡਜਸਟ ਕਰ, ਹਾਂਜੀ ਲੀਵਰ ਦੀ ਐਡਜਸਟਮੈਂਟ ਇਹਨੂੰ ਕਹਿ ਸਕਦੇ ਜੀ। ਜਿੰਨਾ ਤੁਸੀਂ ਇਹਨੂੰ ਬਾਹਰ ਨੂੰ ਖੋਲੀ ਜਾਣਾ ਵਾ ਉਹਨਾਂ ਉਹ ਲੀਵਰ ਦਾ ਦਬਾਅ ਜਿਹੜਾ ਨਾ ਉਹ ਘਟਣਾ ਸ਼ੁਰੂ ਹੋ ਜਾਣਾ, ਘਟਦਾ ਜਾਣਾ। ਸਹੀ। ਅੱਛਾ ਭਾਈ ਵਸੀਮ, ਇੱਕ ਇਹਦੇ ਵਿੱਚ ਮੇਨ ਵਾਲ ਹੁੰਦਾ, ਦਿਖਾਓ ਇੱਧਰ ਫੜ ਕੇ। ਆ ਜਿਹੜਾ ਵਾਲ ਫਸ ਜਾਂਦਾ ਵਾ ਤੇ ਹਾਈਡ੍ਰੋਲਿਕ ਬਿਲਕੁਲ ਕੰਮ ਛੱਡ ਜਾਂਦਾ ਵਾ, ਇਸ ਵਾਲ ਦਾ ਕੀ ਕੰਮ ਹੁੰਦਾ ਜੀ? ਇਹ ਵਾਲ ਦਾ ਜਿਹੜਾ ਨਾ ਅਨਲੋਡ ਵਾਲ ਇਹਨੂੰ ਕਹਿੰਦੇ ਨੇ, ਗੁੜਕਾ ਵਾਲ ਵੀ ਕਹਿੰਦੇ ਨੇ। ਇਹ ਜਿਹੜਾ ਅਗਰ ਇਹ ਵੀ ਢਿੱਲਾ ਹੋਵੇ ਨਾ ਤੇ ਫਸਣਾ ਸ਼ੁਰੂ ਕਰ ਦਿੰਦਾ ਵਾ। ਬਾਕੀ ਜ਼ਿਆਦਾਤਰ ਜਿਹੜਾ ਨਾ ਮਾਮਲਾਤ ਜਿਹੜਾ ਕਚਰਾ ਹੁੰਦਾ ਨਾ, ਕਚਰਾ ਜਿਹੜਾ ਡਾਇਰੈਕਟ ਇਹਦੇ ਵਿੱਚ ਹੀ ਹੁੰਦਾ ਵਾ। ਇਹਦੇ ਤੋਂ ਅੱਗੇ ਜਦੋਂ ਵਾਲ ਫਸ ਜਾਂਦਾ ਤੇ ਟਰੈਕਟਰ ਜਿਹੜੇ ਰੇਸ ਨਾਲ ਕੰਮ ਸ਼ੁਰੂ ਕਰ ਦਿੰਦੇ ਕਰਨੇ। ਇਹ ਵਾਲ ਅਗਰ ਫਸ ਜੇ ਤਾਂ ਵੀ ਟਰੈਕਟਰ ਜਾਂ ਲੈਂਕਰ ਡਾਊਨ ਕਰਨੀਆਂ ਸ਼ੁਰੂ ਕਰ ਦਿੰਦਾ ਵਾ। ਤੇ ਇਹ ਅਗਰ ਵਾਲ ਕੱਢ ਕੇ ਸਾਫ਼ ਕਰ ਦਿੱਤਾ ਜਾਵੇ ਤੇ ਸਹੀ ਹੋ ਜਾਏਗਾ ਇਨਸ਼ਾਅੱਲਾ ਜਿਹੜਾ ਵਾ ਹਾਈਡ੍ਰੋਲਿਕ। ਅੱਛਾ ਭਾਈ ਵਸੀਮ, ਇਹਦਾ ਕੋਈ ਹੋਰ ਕੋਈ ਹੱਲ ਕੋਈ ਹੈ ਤੁਹਾਡੀਆਂ ਨਜ਼ਰਾਂ ਦੇ ਵਿੱਚ ਜਿਹਦੇ ਨਾਲ ਹਾਈਡ੍ਰੋਲਿਕ ਜ਼ਿਆਦਾ ਦੇਰ ਚੱਲੇ? ਇਹਦਾ ਹੱਲ ਬਿਹਤਰੀਨ ਜਿਹੜਾ ਨਾ ਉਹ ਸਾਈਡ ਤੇ ਜਿਹੜਾ ਤੇਲ ਆ ਜਿਹੜਾ ਲੱਗਦਾ ਨਾ 8 ਲੀਟਰ ਜਾਂ 10 ਲੀਟਰ, ਹਾਂਜੀ ਅਲੱਗਾ ਕਰ ਦਿੱਤਾ ਜਾਵੇ। ਉਹਦੇ ਨਾਲ ਦਾ ਕੋਈ ਸਿਸਟਮ ਨਹੀਂ, ਉਹਦੇ ਨਾਲ ਦਾ ਕੋਈ ਸਿਸਟਮ ਨਹੀਂ, ਕਿਉਂਕਿ ਇਹਦਾ ਜਿਹੜਾ ਪਿਛਲੇ ਹਿੱਸੇ ਦੇ ਵਿੱਚ ਇਹਦੇ ਨਾਲ ਗੇਅਰ ਚੱਲਦਾ ਵਾ,
ਪਿਛਲਾ ਜਿਹੜਾ ਹਾਂਡੀ ਵਗੈਰਾ ਚੱਲਦੀ ਆ, ਚੇਂਜਰ ਵਗੈਰਾ ਚੱਲਦੀ ਆ, ਜਿਹਦੀ ਵਜ੍ਹਾ ਤੋਂ ਕਚਰਾ ਜਿਹੜਾ ਨਾ ਮਾੜਾ ਮੋਟਾ ਬਣਦਾ ਹੀ ਰਹਿੰਦਾ ਵਾ। ਤੇਲ ਵਗੈਰਾ ਜਲਦੀ ਚੇਂਜ ਨਹੀਂ ਲੋਕ ਕਰਦੇ, ਉਹ ਤੇਲ ਦੀ ਲੁਬਰੀਕੇਸ਼ਨ ਖਤਮ ਹੋ ਜਾਂਦੀ ਆ। ਉਹ ਕਹਿ ਲਓ ਕਿ ਜਿਸ ਤਰ੍ਹਾਂ ਟੋਕੇ ਦੀ ਚਾਲ ਨੂੰ ਤੇਲ ਲਾਈ ਜਾਈਦਾ ਨਾ ਜ਼ਿਮੀਂਦਾਰ ਲਾਉਂਦੇ ਨੇ, ਉਹੀ ਸਿਸਟਮ ਹੋ ਜਾਂਦਾ ਵਾ ਤੇ ਗਰਾਰੀਆਂ ਜਿਹੜੀਆਂ ਉਹ ਕੱਟਣਾ ਸ਼ੁਰੂ ਹੋ ਜਾਂਦੀਆਂ ਨੇ ਤੇ ਉੱਥੋਂ ਕਚਰਾ ਬਣਦਾ ਤੇ ਕਚਰੇ ਦੀ ਵਜ੍ਹਾ ਤੋਂ ਸਭ ਤੋਂ ਪਹਿਲੇ ਹੰਡਾਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ। ਸਹੀ। ਅੱਛਾ ਭਾਈ ਵਸੀਮ, ਇਸ ਸਾਈਡ ਤੇ ਹਾਈਡ੍ਰੋਲਿਕ ਬੜੇ ਪਏ ਨੇ, ਇਹਨਾਂ ਦੇ ਬਾਰੇ ਵੀ ਦੱਸੋ ਵੀ ਇਹ ਕਿਹੜੇ ਕਿਹੜੇ ਮਾਡਲ ਦੇ ਨੇ ਤੇ ਹੁਣ ਕਿਹੜੇ ਮਾਡਲ ਕੰਪਨੀ ਦਾ ਹਾਈਡ੍ਰੋਲਿਕ ਆ ਰਿਹਾ ਨਾ? ਇਹ ਸਭ ਤੋਂ ਪਹਿਲੇ ਜਿਹੜੇ ਹੁੰਦੇ ਸੀਗੇ ਆ ਮੋਹਰ ਆ ਲੱਗੀ ਆ ਹੰਡਾਲਕ ਦੀ, ਜਿਹੜਾ ਇਟਲੀ ਮਾਡਲ ਜਿਹੜਾ ਹੁੰਦਾ ਵਾ। ਸਹੀ। ਇਹ ਇਟਲੀ ਮਾਡਲ ਦਾ ਆ ਯੂਨਿਟ ਵਾ। ਉਸ ਤੋਂ ਬਾਅਦ ਜਿਹੜਾ ਆ ਗਏ ਆ ਇਹ ਤੁਰਕੀ ਦਾ ਵਾ, ਹੀਮਾ ਕੰਪਨੀ ਦਾ। ਸਹੀ। ਆ ਦੇਖੋ ਇਹਦੇ ਤੇ ਮੋਹਰ ਵੀ ਲੱਗੀ ਆ। ਸਹੀ ਸਹੀ। ਆ ਦੇਖੋ ਨਾ ਹੀਮਾ ਕੰਪਨੀ ਇੱਥੇ ਲਿਖਿਆ ਮੋਹਰ ਲੱਗੀ ਆ, ਨੰਬਰਿੰਗ ਦੀ ਲੱਗੀ ਆ। ਸਹੀ। ਉਸ ਤੋਂ ਬਾਅਦ ਆ ਜਾਂਦੇ ਆ ਜਿਹੜੇ ਆ ਸੀਈ ਕੰਪਨੀ ਦੇ। ਸਹੀ। ਸੀਈ ਅਲਗਾਜ਼ੀ ਟਰੈਕਟਰ ਲਿਮਟਿਡ। ਸਹੀ। ਹਾਂਜੀ। ਤੇ ਉਸ ਤੋਂ ਬਾਅਦ ਜਿਹੜਾ ਆ ਜਾਂਦਾ ਵਾ ਆਰਟੀ ਕੰਪਨੀ ਦਾ ਆ ਜਾਂਦਾ ਵਾ, ਜਿਹੜੇ ਇਸ ਟਾਈਮ ਕੰਪਨੀ ਦੇ ਵੈਂਡਰ ਨੇ ਕਹਿ ਲਓ। ਤੇ ਉਸ ਤੋਂ ਬਾਅਦ ਆ ਵੀ ਜਿਹੜਾ ਵਾ ਇਹ ਵੀ ਨਵੀਆਂ ਗੱਡੀਆਂ ਨੂੰ ਲੱਗ ਕੇ ਆ ਰਿਹਾ, MTI ਦਾ ਵਾ, ਇਹ ਵੀ ਨਵੀਆਂ ਗੱਡੀਆਂ ਨੂੰ ਲੱਗ ਕੇ ਆ ਰਿਹਾ ਵਾ। ਅੱਛਾ ਭਾਈ, ਇਹਨਾਂ ਦੇ ਵਿੱਚੋਂ ਮਿਆਰ ਕਿੱਦਾਂ ਦੇਖਦੇ, ਜਿਹੜਾ ਹੀਮਾ ਦਾ ਸੀ ਜਾਂ ਇਟਲੀ ਦੇ ਸੀ, ਉਹਨਾਂ ਦਾ ਮਿਆਰ ਤੇ ਇਹਨਾਂ ਦੇ ਮਿਆਰ ਦਾ ਇੱਕ ਹੀ ਚੀਜ਼ ਆ ਕਿ ਫਰਕ ਵਾ? ਫਰਕ ਜਿਹੜੀ ਪਹਿਲੇ ਜਿਹੜਾ ਮਿਆਰ ਸੀ ਨਾ, ਤੁਸੀਂ ਵੀ ਆ ਦੇਖ ਸਕਦੇ ਜੇ, ਜ਼ਿਆਦਾ ਜਿਹੜਾ ਵਾ ਸਫਾਈ ਕਹਿ ਲਓ ਜਾਂ ਦੇਗ ਦੀ ਢਲਾਈ ਕਹਿ ਲਓ, ਉਹ ਜਿਹੜਾ ਇਟਲੀ ਮਿਆਰ ਦਾ ਨਾ ਸਭ ਤੋਂ ਜ਼ਿਆਦਾ ਜਿਹੜਾ ਸਪੇਅਰ ਪਾਰਟ ਦਾ ਮਿਆਰ ਆ ਉਹ ਇਟਲੀ ਦਾ ਹੀ ਆ। ਸਹੀ। ਹਾਂਜੀ। ਇਟਲੀ ਤੋਂ ਥੱਲੇ ਹੀ ਆ ਬਾਕੀ ਸਾਰੇ ਤੁਰਕੀ ਵਗੈਰਾ ਦਾ ਜਾਂ ਦੂਸਰੇ ਜਿਹੜੇ। ਅੱਛਾ ਭਾਈ ਵਸੀਮ, ਟਰੈਕਟਰ ਤੇ ਹੁਣ ਬਹੁਤ ਮਹਿੰਗੇ ਨੇ, ਹਾਂਜੀ, ਪੈਸੇ ਇਟਲੀ ਦੀਆਂ ਛਾਵਾਂ ਤੋਂ ਮਹਿੰਗੇ ਲਈ ਜਾ ਰਹੇ ਤੇ ਸਮਾਨ ਦੇ ਦੇਸੀ ਧੱਕ ਧੱਕ ਦੇਈ ਜਾ ਰਹੇ। ਸਮਾਨ ਆ ਦੇਖ ਲਓ ਕਿ ਤੁਹਾਡੇ ਸਾਹਮਣੇ ਹੀ ਆ। ਹੁਣ ਆ ਜਿਹੜਾ ਅਗਰ ਤੁਸੀਂ ਆਰਟੀ ਕੰਪਨੀ ਦਾ ਯੂਨਿਟ ਲੈਂਦੇ ਜੇ ਨਾ, ਇਹ ਤਕਰੀਬਨ 16,000 16.5 ਦੇ ਰਾਉਂਡ ਬਾਉਂਡ ਆਏਗਾ। ਸਹੀ। ਸਾਡੇ ਇਲਮ ਦੇ ਮੁਤਾਬਕ ਜਿਹੜੀ ਨਾਲੇਜ ਆ। ਤੇ ਬਾਕੀ ਜਿਹੜਾ ਆ ਜਿਹੜਾ ਵਾ ਇਹ ਤਕਰੀਬਨ 2,500 ਸਸਤਾ ਆਏਗਾ। ਸਹੀ। MTI ਦਾ। ਤੇ ਕੰਪਨੀ ਦਾ ਕਹ ਲਓ ਕਿ ਜਿਸ ਤਰ੍ਹਾਂ ਇੱਕ ਬੰਦਾ ਠੇਕੇ ਤੇ ਕੰਮ ਕਰਦਾ ਨਾ, ਜਦੋਂ ਉਹਨੂੰ ਜ਼ਿਆਦਾ ਪ੍ਰੋਫਿਟ ਲੱਭਦਾ ਵਾ, ਉਹੀ ਕੰਮ ਕਰੀ ਜਾ ਰਹੇ ਨੇ ਬਸ। ਲਓ ਜੀ ਦੋਸਤੋ, ਇਹ ਫੀਐਟ ਕੰਪਨੀ ਦੇ ਹਾਈਡ੍ਰੋਲਿਕ ਸੀਗੇ ਜਿਨ੍ਹਾਂ ਦੇ ਬਾਰੇ ਅਸੀਂ ਮਾਲੂਮਾਤ ਦਿੱਤੀ ਆ। ਅਗਰ ਦੋਸਤੋ ਮਾਲੂਮਾਤ ਅੱਛੀ ਲੱਗੇ, ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਤੇ ਨਵੇਂ ਦੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ, ਦੁਆਵਾਂ ਵਿੱਚ ਰੱਖਣਾ ਯਾਦ। ਓਕੇ, ਅੱਲਾ ਹਾਫਿਜ਼।